जो बोले सो निर्भय भगवान वाल्मीकि महाराज की जय। धरती ते आया चल खैर जोड़ी पा देओ, रूड़ी जांदी बेड़ी दाता पार मेरी ला देओ। धरती ते आया चल खैर जोड़ी पा देओ, रूड़ी जांदी बेड़ी दाता पार मेरी ला देओ। बीत गया वेला ते ख्याल मैनू आया ए, जनमन मोल हीरा एवें मैं गवाया ए। गुनाहगार पापी मेरी पुल बख्शा देओ, रूड़ी जांदी बेड़ी दाता पार मेरी ला देओ। धरती ते आया चल दुनिया च आके जद अखा मैं सी खोलियां, लोभ ते हंकार दिया सिखियां सी बोलियां। दुनिया च आके जद अखा मैं सी खोलियां, लोभ ते हंकार दिया सिखियां सी बोलियां। मैं मेरे वाड़ा पेद मैनू समझा देओ, रूड़ी जांदी बेड़ी दाता पार मेरी ला देओ। धरती ते आया चल गुण नहीं पल्ले दाता वड्डा गुनाहगार हां, ऐब छुपा लो मेरे तेरा सेवादार हां। गुण नहीं पल्ले दाता वड्डा गुनाहगार हां, ऐब छुपा लो मेरे तेरा सेवादार हां। बख्श दे ओ दाता मैनू मार्ग सच्चा दिखा देओ, रूड़ी जांदी बेड़ी दाता पार मेरी ला देओ। धरती ते आया चल मेरी तोबा तेरी रज़ा विच रहांगा, तन तन गुरु मेरा हर वेल कहांगा। तोबा मेरी तोबा तेरी रज़ा विच रहांगा, तन तन गुरु मेरा हर वेल कहांगा। तारी जय मूर्खानू जन्मा तो बचा लो, रूड़ी जांदी बेड़ी दाता पार मेरी ला देओ। धरती ते आया चल खैर चोली पा देओ, रूड़ी जांदी बेड़ी दाता पार मेरी ला देओ। धरती ते आया चल खैर चोली पा देओ, रूड़ी जांदी बेड़ी दाता पार मेरी ला देओ। रूड़ी जांदी बेड़ी दाता पार मेरी ला देओ, रूड़ी जांदी बेड़ी दाता पार मेरी ला देओ। जो बोले सो निर्भय भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। पिछले हफ्ते आपां भगवान वाल्मीकि जी दे गुरपुरब दे संबंध विच
ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ, ਜਿਸ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕੀਤੀ ਕਿ ਪ੍ਰਗਟ ਦਿਵਸ ਕਹਿ ਲਈਏ, ਪ੍ਰਕਾਸ਼ ਉਤਸਵ ਕਹਿ ਲਈਏ, ਗੁਰਪੁਰਬ ਕਹਿ ਲਈਏ, ਜਾਂ ਫਿਰ ਕਿਸੇ ਹੋਰ ਸ਼ਬਦ ਨੂੰ ਵਰਤੋਂ ਵਿੱਚ ਲੈ ਕੇ ਆਈਏ, ਇੱਕੋ ਹੀ ਸ਼ਬਦ ਦੇ ਵੱਖਰੇ ਵੱਖਰੇ ਨਾਮ ਆਖੇ ਜਾ ਸਕਦੇ ਹਨ। ਆਪਾਂ ਕਦੇ ਵੀ ਇਸ ਦੀਵਾਰ ਦੀ ਨੀਂਹ ਮਜ਼ਬੂਤ ਨਹੀਂ ਕਰਨੀ ਕਿ ਜੇਕਰ ਕਿਸੇ ਨੇ ਪ੍ਰਗਟ ਦਿਵਸ ਆਖ ਦਿੱਤਾ ਤਾਂ ਉਸ ਦਾ ਭਗਵਾਨ ਵਾਲਮੀਕ ਜੀ ਨਾਲ ਘੱਟ ਸੰਬੰਧ ਹੈ, ਜਾਂ ਫਿਰ ਕਿਸੇ ਨੇ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਜਾਂ ਪ੍ਰਕਾਸ਼ ਉਤਸਵ ਆਖ ਦਿੱਤਾ ਤਾਂ ਉਹ ਭਗਵਾਨ ਵਾਲਮੀਕ ਜੀ ਦੇ ਜ਼ਿਆਦਾ ਨਜ਼ਦੀਕ ਹੈ। ਗੁਰਮੁਖ ਪਿਆਰਿਓ, ਮਾਲਕ ਦੇ ਪਿਆਰੇ ਆਪਾਂ ਨੂੰ ਇਹਨਾਂ ਧਰਮ ਦੇ ਕਿਲਿਆਂ ਦੀਆਂ ਦੀਵਾਰਾਂ ਵਿੱਚੋਂ ਬਾਹਰ ਕੱਢਣ ਵਾਸਤੇ ਹੀ ਆਉਂਦੇ ਹਨ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਕਿਤੇ ਵੀ ਅਜਿਹਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੀ ਯਾਦ ਨੂੰ ਪ੍ਰਗਟ ਦਿਵਸ ਜਾਂ ਗੁਰਪੁਰਬ ਦੇ ਨਾਂ ਨਾਲ ਪੁਕਾਰਿਆ ਜਾਵੇ। ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ ਕਿ ਅੱਜ ਦੀ ਇਸ ਵਾਰਤਾਲਾਪ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ, ਅਤੇ ਇਹਨਾਂ ਦੇ ਨਾਲ ਹਿੱਸਾ ਲੈਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸੋਹਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਭਾਈ ਉਮਰ ਕਲਿਆਣ ਜੀ ਪਾਸੋਂ ਆਪਾਂ ਸ਼ਬਦ ਸਰਵਣ ਕੀਤਾ। ਦਰ ਤੇਰੇ ਤੇ ਆਇਆ ਚਲ, ਖੈਰ ਝੋਲੀ ਪਾ ਦਿਓ, ਰੂੜੀ ਜਾਂਦੀ ਬੇੜੀ ਦਾਤਾ, ਪਾਰ ਮੇਰੀ ਲਾ ਦਿਓ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਉਸ ਦੀ ਜੀਵਨ ਰੂਪੀ ਬੇੜੀ ਭਵ ਸਾਗਰ ਵਿੱਚ ਡੱਕੇ ਡੋਲੇ ਖਾ ਰਹੀ ਹੈ। ਦਾਤਾ ਕਿਰਪਾ ਕਰੋ, ਉਸ ਦੀ ਜੀਵਨ ਰੂਪੀ ਕਿਸ਼ਤੀ ਕਿਨਾਰੇ ਤੇ ਲੱਗ ਸਕੇ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਮੋਖ ਪ੍ਰਕਰਨ ਸਰਗ 13 ਪੰਨਾ 94 ਅੰਦਰ ਫਰਮਾਇਆ ਕਿ ਜਿਹੜਾ ਪੁਰਸ਼ ਆਤਮ ਪਦ ਤੋਂ ਬੇਮੁਖ ਹੈ ਅਤੇ ਉਹ ਆਤਮ ਪਦ ਦਾ ਅਭਿਆਸ ਤਿਆਗ ਕੇ ਸੰਸਾਰ ਵੱਲ ਦੌੜਦਾ ਹੈ, ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਹ ਕੱਖਾਂ ਦੀ ਬੈੱਡ ਉੱਪਰ ਸੋ ਰਿਹਾ ਹੋਵੇ। ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਜਿਵੇਂ ਹੱਥ ਵਿੱਚ ਦੀਵਾ ਹੋਵੇ ਤੇ ਫਿਰ ਵੀ ਕੋਈ ਅੰਨਾ ਹੋ ਕੇ ਖੂਹ ਵਿੱਚ ਡਿੱਗ ਪਵੇ ਤਾਂ ਇਹ ਉਸ ਦੀ ਮੂਰਖਤਾ ਹੈ। ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਜਿਹੜੇ ਸੰਸਾਰ ਦੇ ਭਰਮ ਨੂੰ ਖਤਮ ਕਰਨ ਵਾਲੇ ਗੁਰੂ ਅਤੇ ਸ਼ਾਸਤਰ ਮੌਜੂਦ ਹਨ, ਜਿਹੜਾ ਇਹਨਾਂ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹ ਮੂਰਖ ਹੈ। ਮੋਖ ਪ੍ਰਕਰਨ ਸਰਗ 16 ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਹਨ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਜਿਵੇਂ ਮਲਾਹ ਬੇੜੀ ਨਾਲ ਸਭ ਨੂੰ ਦਰਿਆ ਤੋਂ ਪਾਰ ਕਰਦਾ ਹੈ, ਤਿਵੇਂ ਸੰਤ ਜਨ ਯੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਿੱਚ ਪੁੱਲ ਦੇ ਸਮਾਨ ਹਨ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਉਸ ਦੀ ਜੀਵਨ ਰੂਪੀ ਬੇੜੀ ਰੁੜਦੀ ਜਾ ਰਹੀ, ਐ ਦਾਤਾ ਇਸ ਨੂੰ ਪਾਰ ਲਗਾ ਦੇਣਾ।
ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਇੱਕ ਹਫ਼ਤਾ ਪਹਿਲਾਂ ਗੁਰਬਾਣੀ ਵਿੱਚੋਂ ਇੱਕ ਕੜੀ ਦਾ ਆਸਰਾ ਲਿਆ ਕਿ ਉਸ ਦੇ ਗੁਣਾਂ ਨਾਲ ਸਾਂਝ ਪਾਉਣੀ ਹੀ ਉਸ ਦਾ ਪ੍ਰਗਟ ਦਿਵਸ ਜਾਂ ਗੁਰਪੁਰਬ ਮਨਾਉਣਾ ਆਖਿਆ ਜਾ ਸਕਦਾ। ਆਪਾਂ ਬਾਹਰਲੀ ਦੁਨੀਆ ਵਿੱਚ ਵੀ ਜੇਕਰ ਝਾਤੀ ਮਾਰ ਕੇ ਦੇਖੀਏ ਤਾਂ ਜਿਸ ਨਾਲ ਆਪਾਂ ਸੰਬੰਧ ਜੋੜਦੇ ਹਾਂ ਉਸ ਦੇ ਨਾਲ ਵਿਚਾਰਾਂ ਦੀ ਸਹਿਮਤੀ ਜ਼ਰੂਰੀ ਆਖੀ ਜਾ ਸਕਦੀ। ਇਸੇ ਤਰ੍ਹਾਂ ਹੀ ਪਰਮਾਰਥ ਦੀ ਦੁਨੀਆ ਵਿੱਚ ਪਰਮਾਰਥ ਦਾ ਰਸਤਾ ਤੈਅ ਕਰਨ ਲਈ ਗੁਰੂ ਦੇ ਵਿਚਾਰਾਂ ਨਾਲ ਸਹਿਮਤੀ ਜ਼ਰੂਰੀ ਆਖੀ ਜਾ ਸਕਦੀ। ਆਪਾਂ ਆਖ ਸਕਦੇ ਹਾਂ ਕਿ ਜਿਸ ਨਾਲ ਸੰਬੰਧ ਜੁੜ ਜਾਣ ਉਸ ਨੂੰ ਆਪਾਂ ਮਿੱਤਰ ਆਖਦੇ ਹਾਂ, ਤੇ ਜਿਸ ਨਾਲ ਸੰਬੰਧ ਨਾ ਜੁੜਨ ਜਾਂ ਜੁੜੇ ਹੋਏ ਟੁੱਟ ਜਾਣ ਉਸ ਨੂੰ ਆਪਾਂ ਦੁਸ਼ਮਣ ਆਖਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਅਸੀਂ ਮਿੱਤਰ ਕੋਲੋਂ ਹਮਦਰਦੀ ਚਾਹੁੰਦੇ ਹਾਂ ਤਾਂ ਫਿਰ ਮਿੱਤਰ ਵੀ ਸਾਡੇ ਕੋਲੋਂ ਹਮਦਰਦੀ ਦੀ ਮੰਗ ਕਰੇਗਾ। ਉਹ ਹਮਦਰਦੀ ਕੀ ਹੈ? ਉਸ ਦੇ ਗੁਣਾਂ ਨੂੰ ਧਾਰਨ ਕਰਨਾ। ਆਪਾਂ ਆਖ ਸਕਦੇ ਹਾਂ ਕਿ ਇਹ ਇਨਸਾਨ ਦਾ ਅਸਲੀ ਰੂਪ ਉਸ ਦੇ ਵਿਚਾਰ ਹਨ। ਇਹ ਵਿਚਾਰ ਮਾਂ ਪਿਓ ਤੋਂ ਮਿਲਦੇ ਹਨ। ਇਹ ਵਿਚਾਰ ਸੰਗਤ ਤੋਂ ਮਿਲਦੇ ਹਨ। ਇਹ ਵਿਚਾਰ ਸੁਸਾਇਟੀ ਤੋਂ ਮਿਲਦੇ ਹਨ। ਇਸ ਕਰਕੇ ਗੁਰਬਾਣੀ ਅੰਦਰ ਆਇਆ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ। ਗੁਰੂ ਸਾਹਿਬ ਦੱਸਦੇ ਹਨ, ਐ ਮਾਲਕ, ਇਸ ਤਰ੍ਹਾਂ ਦੀ ਸੰਗਤ ਬਖਸ਼ ਜਿਸ ਨਾਲ ਤੇਰੀ ਭਗਤੀ ਕਰਨ ਦਾ ਪਤਾ ਲੱਗ ਸਕੇ। ਗੁਰਬਾਣੀ ਅੰਦਰ ਇੱਕ ਹੋਰ ਜਗ੍ਹਾ ਤੇ ਆਇਆ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਮੈਂ ਬੇਨਤੀ ਕਰਾਂ, ਆਪਣੇ ਵਿਚਾਰ ਨਾਲ ਮਨੁੱਖ ਧਨ ਕਮਾ ਸਕਦਾ, ਪਰ ਆਪਣੀ ਵਿਚਾਰਧਾਰਾ ਨਾਲ ਧਰਮ ਨਹੀਂ ਕਮਾ ਸਕਦਾ। ਧਰਮ ਕਮਾਉਣ ਲਈ ਗੁਰੂ ਦੀ ਮੱਤ ਲੈਣੀ ਪਵੇਗੀ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਗੁਰੂ ਦੀ ਮੱਤ ਲੈਣੀ ਪਵੇਗੀ? ਇਸ ਕਰਕੇ ਗੁਰੂ ਦੀ ਮੱਤ ਲੈਣੀ ਪਵੇਗੀ ਕਿ ਅਵਗੁਣਾਂ ਨੂੰ ਛੱਡਣਾ ਪਵੇਗਾ। ਅਵਗੁਣਾਂ ਨੂੰ ਛੱਡਣਾ ਹੀ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਮਨਾਉਣਾ ਆਖਿਆ ਜਾ ਸਕਦਾ। ਭਾਈ ਸਾਹਿਬ ਜੀ, ਭਾਈ ਓਮਰ ਕਲਿਆਣ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਕਿ ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ ਮਨੁੱਖੀ ਜਨਮ ਦੀ ਮਹਾਨਤਾ ਦੱਸਦੇ ਹੋਏ ਉਹਨਾਂ ਨੇ ਜ਼ਿਕਰ ਕੀਤਾ ਕਿ ਸਮਾਂ ਬੀਤਣ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਮਨੁੱਖੀ ਜਨਮ ਰੂਪੀ ਅਨਮੋਲ ਹੀਰਾ ਮੈਂ ਵਿਅਰਥ ਹੀ ਗਵਾ ਦਿੱਤਾ। ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਹੀ ਮਨੁੱਖੀ ਜਾਮੇ ਦੀ ਮਹਾਨਤਾ ਨੂੰ ਜਾਣਨਾ ਹੈ। ਭਾਈ ਸਾਹਿਬ ਜੀ, ਬਾਣੀ ਦੇ ਆਸ਼ੇ ਅਨੁਸਾਰ ਆਪ ਮਨੁੱਖੀ ਜਾਮੇ ਦੀ ਮਹਾਨਤਾ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਅੱਜ ਦੀ ਇਸ ਵਾਰਤਾਲਾਪ ਦੀ ਆਪਾਂ ਗੱਲ ਕਰ ਲਈਏ। ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਆਪਾਂ ਗੱਲ ਕਰ ਲਈਏ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਦੇ ਗਏ ਕਿ ਗੁਰਮੁਖਾਂ ਦੀ ਬਾਣੀ ਕਹਿ ਲਓ, ਮਹਾਤਮਾ ਦੀ ਬਾਣੀ ਕਹਿ ਲਓ, ਉਸ ਚੀਜ਼ ਨੂੰ ਸਮਝਣਾ ਜਿਹੜਾ ਉਹ ਆਪਾਂ ਉਹਨਾਂ ਦਾ ਗੁਰਪੁਰਬ ਜਾਂ ਪ੍ਰਗਟ ਦਿਵਸ ਜਿਹੜਾ ਉਹ ਆਖ ਸਕਦੇ। ਜਿਸ ਤਰ੍ਹਾਂ ਜ਼ਿਕਰ ਕੀਤਾ ਭੈਣ ਜੀ ਨੇ ਕਿ ਦੀਵਾਰ ਜਿਹੜੀ ਆ ਨਾ ਉਹਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗੱਲ। ਹੋ ਸਕਦਾ ਕਿ ਬਹੁਤ ਸਾਰੇ ਭੈਣ ਭਾਈ ਜਿਹੜੇ ਉਹ ਇਸ ਚੀਜ਼ ਦੇ ਨਾਲ ਸਹਿਮਤ ਨਾ ਹੋਣ
ਕਿ ਵੀ ਕਈ ਵਾਰੀ ਆਪਾਂ satsang ਦੇ ਵਿੱਚ ਜਾਂ ਵਾਰਤਾਲਾਪ ਦੇ ਵਿੱਚ ਇਹੋ ਜੀ ਗੱਲ ਜਿਹੜੀ ਉਹ ਕਰ ਜਾਂਦੇ, ਲੇਕਿਨ ਇਸ ਨੂੰ ਆਪਾਂ ਜਿਹੜੀ ਉਹ ਅਸਲੀਅਤ ਆਖ ਸਕਦੇ ਕਿ ਧਰਮ ਦੀਆਂ ਦੀਵਾਰਾਂ ਕਹਿ ਲਓ, ਕਿਲਿਆਂ ਦੀਆਂ ਦੀਵਾਰਾਂ ਕਹਿ ਲਓ, ਉਹਨਾਂ ਦੀਆਂ ਨੀਹਾਂ ਨੂੰ ਮਜ਼ਬੂਤ ਇਸ ਇਨਸਾਨ ਨੇ ਕੀਤਾ। ਲੇਕਿਨ ਮਹਾਤਮਾ ਆਪਣੇ ਉਪਦੇਸ਼ ਦੇ ਰਾਹੀਂ, ਆਪਣੀ ਸਿੱਖਿਆ ਦੇ ਰਾਹੀਂ ਇਹਨਾਂ ਦੀਵਾਰਾਂ ਨੂੰ ਜਿਹੜਾ ਉਹ ਖਤਮ ਕਰਨ ਵਾਸਤੇ ਆਉਂਦੇ। ਆਪਾਂ ਥੋੜੀ ਜਿਹੀ ਗੱਲ ਕਰ ਸਕਦੇ ਕਿ ਗੁਰੂ ਸਾਹਿਬਾਨ ਦੇ ਬਾਅਦ 500, 550, 600 ਸਾਲ ਲਾ ਲਓ ਕਿ ਸਿੱਖ ਧਰਮ ਜਿਹੜਾ ਉਹ ਇਸ ਦੁਨੀਆ ਦੇ ਅੰਦਰ ਹੋਂਦ ਵਿੱਚ ਆਇਆ। ਇਸੇ ਤਰ੍ਹਾਂ ਆਪਾਂ ਮੁਹੰਮਦ ਸਾਹਿਬ ਜੀ ਦੀ ਗੱਲ ਕਰ ਸਕਦੇ ਕਿ ਕੋਈ 1400 ਸਾਲ ਤੋਂ ਪਹਿਲਾਂ ਜਿਹੜਾ ਇਸਲਾਮ ਧਰਮ ਕਹਿ ਲਈਏ ਉਹ ਇਸ ਦੁਨੀਆ ਦੇ ਅੰਦਰ ਹੋਂਦ ਵਿੱਚ ਨਹੀਂ ਸੀ। ਇਸੇ ਤਰ੍ਹਾਂ ਈਸਾਈ ਧਰਮ ਦੀ ਆਪਾਂ ਗੱਲ ਕਰ ਲਈਏ ਕੋਈ 2000 ਸਾਲ ਪਹਿਲਾਂ ਤੋਂ ਵੀ ਆਪਾਂ ਆਖ ਸਕਦੇ ਪਹਿਲਾਂ ਈਸਾਈ ਧਰਮ ਜਿਹੜਾ ਉਹ ਹੋਂਦ ਵਿੱਚ ਨਹੀਂ ਸੀ। ਤੇ ਜੈਨੀ ਤੇ ਬੋਧੀ ਧਰਮ ਜਿਸ ਨੂੰ ਆਪਾਂ ਪੁਰਾਣਾ ਧਰਮ ਆਖ ਸਕਦੇ ਕੋਈ 5000 ਸਾਲ ਪਹਿਲਾਂ ਦੀ ਆਪਾਂ ਜਿਹੜੀ ਉਹ ਗੱਲ ਕਰ ਸਕਦੇ। ਮੈਂ ਬੇਨਤੀ ਕਰਾਂ ਧਰਮ ਦੀਆਂ ਦੀਵਾਰਾਂ, ਇਹਨਾਂ ਕਿਲਿਆਂ ਦੀਆਂ ਦੀਵਾਰਾਂ ਦੀ ਗੱਲ ਜਿਹੜੀ ਵੱਖਰੇ ਵੱਖਰੇ ਇਹ ਆਪਾਂ ਧਰਮ ਕਹਿ ਲਈਏ ਹੋਂਦ ਵਿੱਚ ਆਏ ਤੇ ਉਹਨਾਂ ਨੇ ਆਪਣੀ ਮਨਬੁੱਧੀ ਦੇ ਅਨੁਸਾਰ ਜਿਹੜਾ ਇਸ ਚੀਜ਼ ਨੂੰ ਕਾਇਮ ਕਰ ਦਿੱਤਾ ਤੇ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਨਾਲ ਨਫ਼ਰਤ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਆ ਕੋਈ 40 ਕੁ ਸਾਲ ਤੋਂ ਮੈਨੂੰ ਵੀ ਇਸ ਚੀਜ਼ ਨੂੰ ਵੇਖਣ ਦਾ ਮੌਕਾ ਮਿਲਿਆ ਕਿ ਜੇਕਰ ਕਿਸੇ ਨੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਵਸ ਕਹਿ ਦਿੱਤਾ ਤੇ ਦੂਸਰੇ ਇਨਸਾਨਾਂ ਨੇ ਇੱਕ ਹੋਰ ਹੀ ਹੋਂਦ ਜਿਹੜੀ ਆਪਣੀ ਕਾਇਮ ਕਰ ਦਿੱਤੀ ਤੇ ਉਹਨਾਂ ਇਨਸਾਨਾਂ ਦੇ ਨਾਲ ਜਿਹੜਾ ਉਹਨਾਂ ਨੇ ਭਿੰਨ ਔਰ ਭੇਦ ਜਿਹੜਾ ਉਸ ਨੂੰ ਕਰਨਾ ਸ਼ੁਰੂ ਕਰ ਦਿੱਤਾ। ਹਾਲੇ ਕਿ ਭਗਵਾਨ ਵਾਲਮੀਕ ਜੀ ਨੇ ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ ਕਿਤੇ ਆਪਣੀ ਬਾਣੀ ਦੇ ਅੰਦਰ ਇਹ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਜੇਕਰ ਵੀ ਕਿਸੇ ਨੇ ਪ੍ਰਗਟ ਦਿਵਸ ਦੇ ਨਾਲ ਉਹਨਾਂ ਨੂੰ ਯਾਦ ਕਰ ਲਿਆ ਤੇ ਉਸ ਦਾ ਇੱਜ਼ਤ ਜਾਂ ਮਾਣ ਜਿਹੜੀ ਉਹ ਘਟ ਜਾਵੇਗੀ ਤੇ ਦੂਸਰੇ ਦੀ ਇੱਜ਼ਤ ਜਾਂ ਮਾਣ ਜਿਹੜੀ ਉਹ ਵੱਧ ਜਾਵੇਗੀ। ਸਵਾਲ ਇਸ ਚੀਜ਼ ਦਾ ਆਪਾਂ ਉਹਨਾਂ ਦੀ ਸਿੱਖਿਆ ਤੋਂ ਜਿਹੜਾ ਉਹ ਕੀ ਸਿੱਖਿਆ, ਜੇਕਰ ਆਪਾਂ ਉਹਨਾਂ ਦੀ ਸਿੱਖਿਆ ਦੇ ਉੱਪਰ ਅਮਲ ਨਹੀਂ ਕੀਤਾ ਤੇ ਫਿਰ ਆਪਾਂ ਉਹਨਾਂ ਦੇ ਪ੍ਰਗਟ ਦਿਵਸ ਦੇ ਵਿੱਚੋਂ ਵੀ ਆਪਣੀ ਜ਼ਿੰਦਗੀ ਨੂੰ ਬਦਲਣ ਵਾਸਤੇ ਜਿਹੜਾ ਉਹ ਨਹੀਂ ਸਿੱਖ ਸਕਦੇ। ਜਿਸ ਤਰ੍ਹਾਂ ਇਸ ਇਨਸਾਨ ਦੀ ਅਨਮੋਲ ਜ਼ਿੰਦਗੀ ਦੀ ਗੱਲ ਕਰ ਲਈਏ, ਭਾਈ ਸਾਹਿਬ ਨੇ ਆਪਣੇ ਸ਼ਬਦ ਦੇ ਅੰਦਰ ਬੜੇ ਅੱਛੇ ਤਰੀਕੇ ਦੇ ਨਾਲ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜ਼ਿਕਰ ਕੀਤਾ ਕਿ ਬਈ ਇਨਸਾਨ ਦਾ ਜਾਮਾ ਕਹਿ ਲਓ, ਇਨਸਾਨ ਦੀ ਜ਼ਿੰਦਗੀ ਕਹਿ ਲਓ ਅਨਮੋਲ। ਕਿਉਂ ਅਨਮੋਲ? ਆਪਾਂ ਇਸ ਚੀਜ਼ ਦੇ ਉੱਪਰ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਹਰੇਕ ਮਹਾਤਮਾ ਨੇ ਇਨਸਾਨੀ ਜਾਮੇ ਦੀ ਅਨਮੋਲ ਇਸੇ ਕਰਕੇ ਲਿਖਿਆ ਕਿ ਦੁਨੀਆ ਦੀ ਕਿਸੇ ਚੀਜ਼ ਦੇ ਨਾਲ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਕਹਿ ਲਓ, ਸਵਾਸਾਂ ਦੀ ਪੂੰਜੀ ਕਹਿ ਲਓ, ਉਸ ਨੂੰ ਖਰੀਦਿਆ ਨਹੀਂ ਜਾ ਸਕਦਾ। ਇਸ ਕਰਕੇ ਮਹਾਤਮਾ ਨੇ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਦੇ ਅੰਦਰ ਇਸ ਨੂੰ ਅਨਮੋਲ ਕਹਿ ਕੇ ਵਰਣਨ ਕੀਤਾ। ਬਾਣੀ ਦੀ ਕਸਵੱਟੀ ਦੇ ਅਨੁਸਾਰ ਆਪਾਂ ਗੱਲ ਕਰ ਲਈਏ, ਬਾਣੀ ਦੀ ਸਿੱਖਿਆ ਦੇ ਅਨੁਸਾਰ ਆਪਾਂ ਗੱਲ ਕਰ ਲਈਏ, ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਫਰਮਾਇਆ ਜੀ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਈ ਜੀਓ। ਹਉ ਤੋਂ ਭਾਵ ਮੈਂ ਗੁਰੂ ਸਾਹਿਬਾਨ ਦੇ ਦੱਸਣ ਦੇ ਅਨੁਸਾਰ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ ਤੇ ਉਸ ਮਾਲਕ ਨੇ ਮੈਨੂੰ ਸੋਝੀ ਦਿੱਤੀ ਕਿ ਵੀ ਉਸ ਦੇ ਨਾਲ ਮਿਲਾਪ ਜਿਹੜਾ ਉਹ ਕਿਸ ਤਰੀਕੇ ਨਾਲ ਹੋ ਸਕਦਾ। ਦੂਰੋਂ ਚੱਲ ਕੇ ਆਉਣ ਦੀ ਗੱਲ ਭਾਵ ਇਹ ਇਨਸਾਨ 84 ਲੱਖ ਜੂਨਾਂ ਤੋਂ ਬਾਅਦ ਇਸ ਨੂੰ ਇਨਸਾਨ ਦਾ ਜਾਮਾ ਮਿਲਿਆ। ਇਸ ਕਰਕੇ ਹਰੇਕ ਮਹਾਤਮਾ ਨੇ ਇਸ ਨੂੰ ਅਨਮੋਲ ਇਸੇ ਕਰਕੇ ਆਖਿਆ ਕਿ ਵੀ ਇਸ ਜਾਮੇ ਦੇ ਵਿੱਚ ਜਿਹੜਾ ਆਪਾਂ ਉਸ ਮਾਲਕ ਦੀ ਬੰਦਗੀ ਕਰਕੇ ਉਸ ਦੇ ਨਾਲ ਜਿਹੜਾ ਉਹ ਮਿਲਾਪ ਕਰ ਸਕਦੇ। ਬਾਹਰਲੀ ਉਦਾਹਰਨ ਲੈ ਕੇ ਆਪਾਂ ਦੇਖ ਸਕਦੇ ਕਿ ਇੱਕ ਇਨਸਾਨ ਜਿਹੜਾ ਇੱਕ ਰਾਉਂਡ ਅਬਾਊਟ ਦੇ ਉੱਪਰ ਖੜਾ
ਬਾਣੀ ਦੇ ਅਨੁਸਾਰ, ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਸ ਇਨਸਾਨ ਦੇ ਪਾਸ ਚੋਇਸ ਹੈਗੀ, ਆਪਾਂ ਕਹਿ ਲਈਏ ਇਹ ਇਨਸਾਨ ਅੱਗੇ ਜਾ ਸਕਦਾ, ਇਨਸਾਨੀ ਜਾਮੇ ਤੋਂ ਪਿੱਛੇ ਵੀ ਆ ਸਕਦਾ, ਸੱਜੇ ਜਾ ਸਕਦਾ ਔਰ ਖੱਬੇ ਵੀ ਜਾ ਸਕਦਾ। ਇਸ ਕਰਕੇ ਇਨਸਾਨੀ ਜਾਮੇ ਨੂੰ ਮਹਾਤਮਾ ਨੇ ਟੌਪ ਆਫ ਦੀ ਕ੍ਰੀਏਸ਼ਨ ਕਹਿ ਲਈਏ, ਅਨਮੋਲ ਜੀਵਨ ਜਿਹੜਾ ਆਪਾਂ ਉਸ ਦੀ ਗੱਲ ਕਰ ਲਈਏ, ਉਸ ਦੇ ਪ੍ਰਤੀ ਆਪਾਂ ਨੂੰ ਚੇਤਾ ਕਰਾਇਆ। ਕਿਉਂ ਇਨਸਾਨੀ ਜਾਮੇ ਨੂੰ ਅਨਮੋਲ ਆਖਿਆ? ਜਿਸ ਤਰ੍ਹਾਂ ਆਪਾਂ ਆਖ ਸਕਦੇ ਹਾਂ ਕਿ ਦੇਖੋ ਜੀ ਕਿ ਇੱਕ ਤੱਤ ਵਾਲੇ ਜੀਵ ਕਹਿ ਲਓ, ਦੋ ਤੱਤ ਵਾਲੇ ਜੀਵ ਕਹਿ ਲਓ, ਤਿੰਨ ਤੱਤ ਵਾਲੇ ਜਿਸ ਤਰ੍ਹਾਂ ਪਰਿੰਦੇ ਜਿਹਨਾਂ ਨੂੰ ਆਪਾਂ ਪੰਛੀ ਕਹਿੰਦੇ, ਉਹਨਾਂ ਦੀ ਗੱਲ ਕਰ ਲਈਏ। ਲੇਕਿਨ ਉਹਨਾਂ ਪੰਛੀਆਂ ਦੇ ਅੰਦਰ ਵੀ ਮਾਲਕ ਨੇ ਗਿਆਨ ਰੂਪੀ ਚੀਜ਼ ਜਿਹੜੀ ਉਹ ਰੱਖ ਦਿੱਤੀ। ਕਦੇ ਕਿਸੇ ਸਕੂਲ ਵਿੱਚ ਉਹ ਪੜ੍ਹਨ ਵਾਸਤੇ ਨਹੀਂ ਗਏ, ਕਿਸੇ ਕਾਲਜ ਜਾਂ ਆਪਾਂ ਕਹਿ ਲਈਏ ਕਿ ਹੋਰ ਕਿਸੇ ਵਿਸ਼ਵ ਵਿਦਿਆਲੇ ਤੋਂ ਉਹਨਾਂ ਨੇ ਉਹ ਡਿਗਰੀ ਹਾਸਲ ਨਹੀਂ ਕੀਤੀ, ਲੇਕਿਨ ਮਾਲਕ ਨੇ ਉਹ ਜੋ ਗਿਆਨ ਦਾ ਬੋਧ ਆਪਾਂ ਕਹਿ ਲਈਏ ਉਹਨਾਂ ਦੇ ਅੰਦਰ ਵੀ ਜਿਹੜਾ ਉਹ ਰੱਖ ਦਿੱਤਾ। ਆਪਾਂ ਚਪਾਏ ਜਾਨਵਰਾਂ ਦੀ ਗੱਲ ਕਰਕੇ ਦੇਖ ਸਕਦੇ ਕਿ ਉਹਨਾਂ ਦੇ ਬੱਚੇ ਖੁਰਾਕ ਜਦੋਂ ਲੱਭਦੇ ਆ ਨਾ, ਉਹਨਾਂ ਨੂੰ ਕਿਸੇ ਨੇ ਸਿੱਖਿਆ ਨਹੀਂ ਦਿੱਤੀ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਆਪਾਂ ਪਰਿੰਦੇ ਜਿਹੜੇ ਹੈਗੇ ਪੰਛੀ, ਆਪਾਂ ਕਦੇ ਉਹਨਾਂ ਦੀ ਗੱਲ ਕਰਕੇ ਵੇਖ ਲਈਏ। ਕਦੇ ਕਦੇ ਆਪਾਂ ਟੈਲੀਵਿਜ਼ਨ ਦੇ ਉੱਪਰ ਜਿਹੜੀ ਵਰਲਡ ਲਾਈਫ ਹੈਗੀ ਆ ਨਾ, ਉਸ ਨੂੰ ਆਪਾਂ ਵੇਖੀਏ ਵਾਈਲਡ ਲਾਈਫ ਦੇ ਵਿੱਚ, ਤੇ ਉਹ ਜਾਨਵਰਾਂ ਦੀ ਜ਼ਿੰਦਗੀ ਤੋਂ ਆਪਾਂ ਨੂੰ ਪਤਾ ਲੱਗ ਸਕਦਾ। ਸਕੁਇਰਲ ਦੀ ਆਪਾਂ ਗੱਲ ਕਰ ਲੈਨੇ, ਉਸ ਨੂੰ ਦੇਖੀਏ ਨਾ, ਤੇ ਉਹ ਗਰਮੀ ਦੇ ਮੌਸਮ ਦੇ ਵਿੱਚ ਸਿਆਲ ਵਾਸਤੇ ਆਪਣੀ ਖੁਰਾਕ ਜਿਹੜੀ ਆ ਉਸ ਨੂੰ ਜਮ੍ਹਾਂ ਕਰ ਲੈਂਦੇ, ਜਿਸ ਤਰ੍ਹਾਂ ਨਟਸ ਵਗੈਰਾ। ਮੈਂ ਇੱਕ ਹੋਰ ਐਗਜ਼ਾਮਪਲ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਦਾ। ਜਿਸ ਤਰ੍ਹਾਂ ਪਤਾ ਨਹੀਂ ਉਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਜੀ ਬਿਜੜਾ, ਤੇ ਮੈਂ ਆਪ ਵੇਖਿਆ ਕਿ ਉਹ ਆਪਣੇ ਆਲਣੇ ਜਦੋਂ ਬਣਾਉਂਦੇ ਆ ਨਾ, ਤੇ ਕੰਡਿਆਲੇ ਦਰਖਤ ਜਿਸ ਤਰ੍ਹਾਂ ਕਿਕਰਾਂ ਜਾਂ ਹੋਰ ਇੱਕ ਦੋ ਕੰਡਿਆਲੇ ਦਰਖਤ ਆ, ਤੇ ਉਹਨਾਂ ਦੇ ਟੌਪ ਦੇ ਉੱਪਰ ਜਾ ਕੇ ਉਹ ਆਪਣੇ ਆਲਣੇ ਬਣਾਉਂਦੇ, ਤੇ ਉਹ ਇੰਨੇ ਵਧੀਆ ਤਰੀਕੇ ਦੇ ਨਾਲ ਆਲਣੇ ਬਣਾਉਂਦੇ ਕਿ ਇਨਸਾਨ ਆਪਣੇ ਹੱਥਾਂ ਨਾਲ ਜਿਹੜੀ ਉਸ ਤਰ੍ਹਾਂ ਦੀ ਕਾਰੀਗਰੀ ਜਿਹੜੀ ਉਹ ਨਹੀਂ ਕਰ ਸਕਦਾ। ਤੇ ਉਹ ਆਲਣੇ ਬਣਾ ਕੇ ਦੋ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਸੁਰਾਖ ਵਗੈਰਾ, ਤੇ ਜਦੋਂ ਮੀਂਹ ਪੈਂਦਾ ਤੇ ਹਵਾ ਚੱਲਦੀ ਆ ਨਾ, ਮੈਂ ਆਪ ਦੇਖਿਆ, ਤੇ ਫਿਰ ਉਹ ਇੱਕ ਛੋਟਾ ਜਿਹਾ ਜਾਨਵਰ ਜਿਹੜਾ ਉਸ ਆਲਣੇ ਵਿੱਚ ਬੈਠ ਕੇ ਬਾਹਰ ਦੇਖਦਾ। ਮਾਲਕ ਨੇ ਉਸ ਦੇ ਅੰਦਰ ਇਤਨੀ ਜਿਹੜੀ ਆਪਾਂ ਕਹਿ ਲਈਏ ਕਿ ਬੁੱਧੀ ਜਿਹੜੀ ਉਹ ਬਖਸ਼ ਦਿੱਤੀ, ਲੇਕਿਨ ਇਨਸਾਨ ਦੇ ਅੰਦਰ ਜਿਸ ਨੂੰ ਆਪਾਂ ਪੰਜਵਾਂ ਤੱਤ, ਸੈਂਸ ਆਫ ਡਿਸਕ੍ਰਿਮੀਨੇਸ਼ਨ ਦਾ ਤੱਤ, ਆਪਣੇ ਆਪ ਨੂੰ ਪਹਿਚਾਨਣ ਦਾ ਤੱਤ, ਉਸ ਮਾਲਕ ਨਾਲ ਮਿਲਣ ਦਾ ਤੱਤ ਜਿਹੜਾ ਉਹ ਦਿੱਤਾ। ਤੇ ਇਸ ਕਰਕੇ ਇਸ ਇਨਸਾਨੀ ਜਾਮੇ ਨੂੰ ਮਹਾਤਮਾ ਨੇ ਟੌਪ ਆਫ ਦੀ ਕ੍ਰੀਏਸ਼ਨ ਕਹਿ ਲਈਏ, ਅਨਮੋਲ ਜੀਵਨ ਕਹਿ ਲਈਏ, ਉਸ ਦੇ ਪ੍ਰਤੀ ਆਪਾਂ ਨੂੰ ਜਿਹੜਾ ਜੀ ਉਹ ਚੇਤਾ ਕਰਾਇਆ। ਆ ਜਿਹੜੇ ਗੁਰਪੁਰਬ ਦੀ ਆਪਾਂ ਗੱਲ ਕਰ ਰਹੇ, ਪ੍ਰਗਟ ਦਿਵਸ ਦੀ ਆਪਾਂ ਗੱਲ ਕਰ ਰਹੇ, ਸਿਰਫ ਇੱਕੋ ਇੱਕ ਮਕਸਦ ਕਿ ਮਾਲਕ ਨੇ ਇਸ ਇਨਸਾਨੀ ਜਾਮੇ ਨੂੰ ਕੀ ਦੱਸਿਆ ਤੇ ਆਪਾਂ ਉਸ ਤੋਂ ਸਿੱਖਣ ਦੀ ਗੱਲ ਕਰ ਸਕਦੇ। ਆਪਾਂ ਕੋਈ ਤਿੰਨ ਪ੍ਰਮਾਣ ਜਿਹੜੇ ਉਹ ਗੁਰਬਾਣੀ ਦੇ ਵਿੱਚੋਂ ਇਸ ਇਨਸਾਨ ਦੇ ਅਨਮੋਲ ਜੀਵਨ ਦੀ ਗੱਲ ਜਿਹੜੀ ਉਸ ਦੇ ਪ੍ਰਤੀ ਕਰਾਂਗੇ, ਕਿਉਂਕਿ ਕਈ ਵਾਰੀ ਇਹੋ ਜਿਹੇ ਇਨਸਾਨ ਆਪਾਂ ਨੂੰ ਮਿਲ ਜਾਂਦੇ ਜੀ ਜਿਹੜੇ ਕਹਿੰਦੇ ਆ ਤੁਸੀਂ 84 ਲੱਖ ਦੀ ਗੱਲ ਕਰਦੇ ਹੋ। ਕਦੇ ਕਿਸੇ ਨੇ ਵੇਖਿਆ ਵੀ ਆ ਜਾਂ ਕੋਈ ਤੁਹਾਨੂੰ ਦੱਸਣ ਵਾਸਤੇ ਆਇਆ ਕਿ ਬਈ ਉਹ ਮੌਤ ਤੋਂ ਬਾਅਦ ਕਿੱਥੇ ਗਿਆ? ਜੇ ਤੇ ਬਈ ਆਪਾਂ ਗੱਲ ਕਰਨੀ ਮਨ ਦੇ ਅਨੁਸਾਰ ਤੇ ਫਿਰ ਆਪਾਂ ਜੋ ਮਰਜ਼ੀ ਆਖੀ ਜਾਈਏ, ਜੇਕਰ ਗੱਲ ਕਰਨੀ ਗੁਰਬਾਣੀ ਦੇ ਅਨੁਸਾਰ ਤੇ ਫਿਰ ਆਪਾਂ ਨੂੰ ਇਹ ਗੱਲ ਮੰਨਣ ਵਿੱਚ ਲੈਣੀ ਚਾਹੀਦੀ ਕਿ 84 ਲੱਖ ਜੂਨਾਂ ਦੀ ਗੱਲ ਜਿਹੜੀ ਆ ਨਾ, ਉਹ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਸੱਚ ਲਿਖੀ ਆ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇਸ 84 ਲੱਖ ਦੀ ਜੂਨਾਂ ਦੀ ਗੱਲ ਜਿਹੜੀ ਉਸ ਦੇ ਪ੍ਰਤੀ ਜ਼ਿਕਰ ਕੀਤਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕਾ ਜੀ ਕਹਿੰਦੇ, ਲੱਖ 84 ਜੂਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਦੇ ਅੰਦਰ ਅਨਮੋਲ ਦੀ ਗੱਲ ਕੀਤੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ
ਕਹਿੰਦੇ ਮਾਨਸ ਕੋ ਪ੍ਰਭ ਦੀ ਵਡਿਆਈ। ਕਿਹੜੀ ਵਡਿਆਈ? ਕਹਿੰਦੇ ਇਸ ਪੌੜੀ ਤੇ ਜੋ ਨਰ ਚੁਕੇ, ਚੁਕੇ ਤੋਂ ਪਾਵ ਡਿੱਗਣਾ, ਸੋ ਆਏ ਜਾਏ ਦੁੱਖ ਪਾਏਦਾ। 84 ਲੱਖ ਦੀ ਗੱਲ ਕਰਦੇ ਹੋਏ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਆਨ ਕੀਤਾ ਜੀ ਕਿ ਇੱਕ ਪੌੜੀ ਉਸ ਮਾਲਕ ਦੇ ਘਰ ਨੂੰ ਜਾਂਦੀ ਆ ਜੀ, ਤੇ 84 ਲੱਖ ਜਿਹੜੇ ਉਸ ਦੇ ਸਟੈਪ ਆ। ਕਹਿੰਦੇ ਅਖੀਰਲੇ ਸਟੈਪ ਦੇ ਉੱਪਰ ਖੜਾ ਹੈਗਾ ਜੀ ਇਨਸਾਨ, ਤੇ ਜੇਕਰ ਉੱਥੋਂ ਡਿੱਗ ਕੇ ਆਣਾ ਤੇ ਫਿਰ ਬਈ ਥੱਲੋਂ ਦੁਬਾਰਾ ਆਪਾਂ ਨੂੰ ਆਪਣਾ ਸਫ਼ਰ ਜਿਹੜਾ ਉਹ ਫਿਰ ਸ਼ੁਰੂ ਕਰਨਾ ਪਵੇਗਾ। ਮਹਾਤਮਾ ਦੇ ਦੱਸਣ ਤੋਂ ਕੀ ਭਾਵ ਕਿ ਇਨਸਾਨ ਦਾ ਜਾਮਾ ਅਨਮੋਲ ਇਸੇ ਕਰਕੇ ਕਿ ਇਸ ਜਾਮੇ ਦੇ ਵਿੱਚ ਮਾਲਕ ਦੀ ਬੰਦਗੀ ਕਰਕੇ ਇਹ ਇਨਸਾਨ ਉਸ ਮਾਲਕ ਦੇ ਨਾਲ ਜਿਹੜਾ ਉਹ ਆਪਣਾ ਮਿਲਾਪ ਜਿਹੜਾ ਉਹ ਕਰ ਸਕਦਾ। ਇੱਕ ਐਗਜ਼ਾਮਪਲ ਆਪਾਂ ਹੋਰ ਲਵਾਂਗੇ। ਸਤਿਗੁਰੂ ਰਵਿਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਮਨੁੱਖੀ ਜਾਮੇ ਦੀ ਮਹਾਨਤਾ ਦੀ ਗੱਲ, ਇਸ ਮਨੁੱਖੀ ਜਾਮੇ ਦੇ ਅਨਮੋਲ ਹੋਣ ਦੀ ਗੱਲ ਦੇ ਬਾਰੇ ਆਪਣੀ ਬਾਣੀ ਦੇ ਅੰਦਰ ਉਹਨਾਂ ਨੇ ਜੀ ਜ਼ਿਕਰ ਕੀਤਾ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੇ। ਅਬ ਵੇਕੇ ਤੋਂ ਭਾਵ ਵਿਅਰਥ ਜਾ ਰਿਹਾ। ਇਨਸਾਨ ਨੇ ਸੋਚਿਆ ਨਹੀਂ, ਜੇਕਰ ਆਪਾਂ ਵੀ ਗੁਰੂ ਘਰਾਂ ਦੇ ਵਿੱਚ ਗਏ, ਗੁਰੂ ਸਾਹਿਬਾਨ ਦੀ ਬਾਣੀ ਕੀ ਕਹਿੰਦੀ, ਸਾਰੀ ਜ਼ਿੰਦਗੀ ਆਪਾਂ ਜਿਹੜੇ ਉਹਨਾਂ ਦੇ ਪ੍ਰਗਟ ਦਿਵਸ ਜਾਂ ਪ੍ਰਕਾਸ਼ ਉਤਸਵ ਮਨਾ ਲਈਏ, ਉਸ ਬਾਣੀ ਤੋਂ ਫਾਇਦਾ ਨਹੀਂ ਉਠਾ ਸਕਦੇ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੇ। ਕਹਿੰਦੇ ਰਾਜੇ ਇੰਦਰ ਵਰਗੀ ਇਸ ਇਨਸਾਨ ਨੂੰ ਪਦਵੀ ਮਿਲ ਜਾਵੇ, ਸਵਰਗਾਂ ਦਾ ਰਾਜ ਜਿਹੜਾ ਇਸ ਨੂੰ ਮਿਲ ਜਾਵੇ, ਜੇਕਰ ਇਨਸਾਨੀ ਜਾਮੇ ਦੇ ਵਿੱਚ ਆ ਕੇ ਉਸ ਮਾਲਕ ਦੀ ਬੰਦਗੀ ਨਹੀਂ ਕੀਤੀ ਤੇ ਫਿਰ ਆਪਣਾ ਜੀਵਨ ਜਿਹੜਾ ਉਹ ਇਨਸਾਨ ਵਿਅਰਥ ਗਵਾ ਕੇ ਇੱਥੋਂ ਚੱਲਦਾ ਬਣੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਇਸ ਮਨੁੱਖੀ ਜਾਮੇ ਦੀ ਗੱਲ ਕਰਦੇ ਹੋਏ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ। ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਭੋਏ ਗਿਰੇ, ਬਹੁਰ ਨਾ ਲਾਗੇ ਡਾ। ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਤੋਂ ਪ੍ਰਮਾਣ ਲੈਣ ਦਾ ਆਪਣਾ ਇਹੀ ਭਾਵ ਆ ਕਿ ਵੀ ਸਾਰੇ ਮਹਾਤਮਾ ਜਿਹੜੇ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਇਸ ਇਨਸਾਨੀ ਜਾਮੇ ਦੀ ਮਹਾਨਤਾ ਜਿਹੜੀ ਉਸ ਦਾ ਵਰਣਨ ਕੀਤਾ। ਆਪਾਂ ਗੱਲ ਕਰ ਰਹੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ। ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਆ ਕੇ ਇਸ ਸਚਾਈ ਨੂੰ, ਇਨਸਾਨ ਦੇ ਜਾਮੇ ਦੀ ਗੱਲ ਕਰਦੇ ਹੋਏ ਉਸ ਦੀ ਮਹਾਨਤਾ ਦੀ ਗੱਲ ਜਿਹੜੀ ਆਪਣੀ ਬਾਣੀ ਦੇ ਅੰਦਰ ਤ੍ਰੇਤਾ ਯੁੱਗ ਦੇ ਵਿੱਚ ਉਹਨਾਂ ਨੇ ਵਰਣਨ ਕੀਤੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਨਿਰਵਾਣ ਪ੍ਰਕਰਨ ਸਰਗ 259 ਜਿਹੜਾ ਉਸ ਦੇ ਵਿੱਚ ਜ਼ਿਕਰ ਕੀਤਾ ਕਿ ਜੋ ਮਨੁੱਖ ਆਤਮ ਵਿਚਾਰ ਤੋਂ ਰਹਿਤ ਹੈ, ਕਹਿੰਦੇ ਜੀ ਉਸ ਦਾ ਜੀਵਨ ਜਿਹੜਾ ਉਹ ਵਿਅਰਥ ਹੈ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕਾ ਕਿ ਧਰਮ ਦੀ ਦੀਵਾਰ ਜਿੱਥੇ ਆਪਾਂ ਗੱਲ ਕਰ ਰਹੇ, ਕਿਲਿਆਂ ਦੀ ਦੀਵਾਰ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ, ਭਗਵਾਨ ਵਾਲਮੀਕ ਜੀ ਦੀ ਬਾਣੀ ਉਹਨਾਂ ਨੇ ਲਫ਼ਜ਼ ਵਰਤਿਆ ਜੋ ਸਿੱਖ ਹੋ ਸਕਦਾ, ਹਿੰਦੂ ਹੋ ਸਕਦਾ, ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ। ਉਹਨਾਂ ਨੇ ਕਿਤੇ ਇਹ ਜ਼ਿਕਰ ਨਹੀਂ ਕੀਤਾ ਕਿ ਮੇਰੀ ਬਾਣੀ ਜਿਹੜੀ ਹੈ ਨਾ ਸਿਰਫ ਵਾਲਮੀਕ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲਿਆਂ ਵਾਸਤੇ ਹੀ। ਤੇ ਜੇਕਰ ਫਿਰ ਆਪਾਂ ਉਸ ਗੱਲ ਨੂੰ ਸੁਣਿਆ ਨਹੀਂ ਨਾ ਤੇ ਫਿਰ ਆਪਾਂ ਇਸ ਬਾਣੀ ਤੋਂ ਫਾਇਦਾ ਨਹੀਂ ਉਠਾ ਸਕਾਂਗੇ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜੋ ਮਨੁੱਖ ਆਤਮ ਵਿਚਾਰ ਤੋਂ ਰਹਿਤ ਹੈ, ਕਹਿੰਦੇ ਉਸਨੇ ਆਤਮਾ ਦੇ ਵਿਚਾਰ ਨਹੀਂ ਕੀਤਾ। ਆਤਮ ਵਿਚਾਰ ਕੀ? ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਵੀ ਮੌਤ ਤੋਂ ਬਾਅਦ ਇਸ ਇਨਸਾਨ ਦੀ ਆਤਮਾ ਜਿਹੜੀ ਉਸਨੇ ਜਾਣਾ ਕਿੱਥੇ। ਮਹਾਤਮਾ ਆਪਾਂ ਨੂੰ ਸਿਰਫ ਇਹੋ ਚੀਜ਼ ਦੱਸਣ ਵਾਸਤੇ ਆਉਂਦੇ ਕਿ ਵੀ ਉਸ ਚੀਜ਼ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰੀਏ ਜਿਸ ਨੂੰ ਭਗਵਾਨ ਵਾਲਮੀਕ ਜੀ ਨੇ
आत्म विचार करके जिहड़ा वो वर्णन किया। दूसरी कड़ी विच भगवान वाल्मीकि जी ने की फरमाया, कहंदे मनुख दे एक साह दे बराबर सारी पृथ्वी दा धन जिहड़ा वो तोशिया। भाव जेकर आपां इस मनुख दी जिंदगी लै लईए, जिस तरह भाई साहब जी ने अपने शब्द दे विच वर्णन किया, अनमोल दी गल, आपां उस अनमोल दी गल भगवान वाल्मीकि जी दी बाणी दे अनुसार कर रहे हैं। भगवान वाल्मीकि जी ने की फरमाया, कहंदे मनुख दे एक साह दे बराबर सारी पृथ्वी दा धन जिहड़ा वो तोशिया। भाव आपां तकड़ी लै लईए, सारी दुनिया दा धन और दौलत जिहड़ा उसनूं तकड़ी दे एक परड़े विच पा दईए ते सवासां दी पूंजी जिहड़ी एक साह जिहड़ा उसनूं दूजे परड़े विच पा दईए ते भगवान वाल्मीकि जी दे दस्सण अनुसार जिस पलड़े दे विच आपां वो सवास पाया ना ते फिर वो पलड़ा बई भारी होवेगा। महात्मा दे दस्सण तो भाव, भगवान वाल्मीकि जी दे दस्सण तो भाव कि बई ए इंसान जेकर इन्हां सवासां दी कदर जिहड़ी वो नहीं कीती ते फिर चाहे आपां इस संसार दे विच आए ते फिर चाहे ना आए, उसका ज़्यादा फायदा नहीं होवेगा। किते किते महात्मा ने अपनी बाणी दे अंदर आपां नूं उस चीज़ दे प्रति दस्सिया, साडे लैवल ते आके उन्होंने गल कीती। अगली कड़ी जिहड़ी हो सकदा कई बारी आपां नूं इहो जिहे सज्जन मिल जाण जिहड़े कहण जी कि वो इस चीज़ दे नाल सहमत ने, लेकिन भगवान वाल्मीकि जी ने की फरमाया, कहंदे जिहड़े इंसान सवासां दी पूंजी नूं वे अर्थ गवाउंदे हन। भाव कि उसने इस मनुखी जामे नूं अनमोल नहीं समझिया। अगली अद्धी कड़ी दे विच भगवान वाल्मीकि जी ने की फरमाया, कहंदे उन्हां नूं पशु जान। हुण जे किसे इंसान नूं आपां ये गल कहीए जी कि भगवान वाल्मीकि जी ने आ लिखिया आत्म विचार दी गल, सवासां दी पूंजी दी गल, जेकर इस नूं नहीं जाणिया ते फिर तुहाडे विच ते पशुओं दे विच कोई ज़्यादा फर्क नहीं। शायद वो अपने नाल सहमत ना होवे, लेकिन शेख फरीद जी ने भी अपनी बाणी दे अंदर इस इंसान नूं ये सोझी देण दे लई अपनी बाणी दे अंदर जिक्र किया, फरीदा चार गवाया हंड के, चार गवाया सम, लेखा रब मंगेसी आ, तू आयो किहड़े का। कहंदे ऐ इंसान जिंदगी दे चार पैर जिहड़े दुनियावी कम्मां दे विच गुजार दिते ते जिंदगी दे चार पैर जिहड़े उसनूं कहंदे जी रात दे समय सौ के गुजार दिता। काम तो आए सौ गए, सवेर नूं फिर काम दे उपर वापस चले गए। सारी जिंदगी कहंदे आपां इसे तरीके दे नाल ही लगा दित्ती ते शेख फरीद जी दे दस्सण अनुसार कहंदे लेखा रब मंगेसी आ, कहंदे एक दिन आवेगा, पुछया जावेगा ओ भाई इस दुनिया दे विच तुहानूं उस मालिक ने किस मकसद वास्ते भेजिया। लेखा रब मंगेसी आ, तू आयो किहड़े काम। कहंदे किस काम वास्ते आए। भगवान वाल्मीकि जी ने इस करके आपां नूं दस्सिया कि भी जेकर सवासां दी पूंजी नूं आपां नहीं जाणिया, फिर साडे विच अते पशुआं दे विच कोई ज़्यादा भिन्न और भेद जिहड़ा वो नहीं। जिस तरह आपां विचार करके देखिए कि महात्मा दे दस्सण दे अनुसार कोई 24,000 सवास जिहड़े ये इंसान दिन ते रात दे विच जिहड़ा वो खर्च कर रहा, लेकिन आमदन नहीं। आपां पहलों भी कई बार बेनती कर चुके हैं कि जिस तरह बाहरला बैंक बैलेंस आपां उसकी गल कर लईए, उस दे विच अपने पास ये मौका हैगा कि भी आपां अपनी समर्था दे अनुसार उस बैंक अकाउंट दे विच पैसे जमा करा सकते ते उथों आपां पैसे जिहड़े वो कढा भी सकते, क्योंकि दुनिया के कारोबार में ये चीज़ जिहड़ी वो चल रही। लेकिन एक इहो जिहा अकाउंट हैगा सवासां दी गल, जिथे भगवान वाल्मीकि जी ने लिखी कि दुनिया की कोई ताकत जिहड़ी उस दे विच जमा नहीं करा सकती।
उस मालिक ने इस इंसान दे इस दुनिया विच आउण तो पहला ही वो सवासां दी पूंजी जिहड़ी लिख दित्ती, उस दे विच जिहड़ा वो वाधा नहीं किया जा सकता। इस करके महात्मा आपां नूं उस चीज़ दे प्रति देखो जी चेता कराउंदे। जिस तरह भैन जी ने जिक्र किया कि भगवान वाल्मीकि जी दी बाणी दे विचों एक रैफरेंस उन्होंने लिया, कहते जी हथ विच होवे ना दीवा ते फिर भी जेकर ये इंसान कहते जी खूह दे विच डिग पवे ते फिर जिहड़ी इस दी मूर्खता नहीं ते फिर कहते उसनूं की आख्या जा सकदा। ये इंसान जिस तरह आपां कह लीए जी कि अंधा चानन रखीए दीवे भले 50, गुरु घर दी बाणी दे अंदर इस चीज़ का इशारा मिलदा। ये इंसान जम्मिया मस्या दे विच, जीविया मस्या दे विच अते मरिया भी मस्या दे विच। सारी जिंदगी आपां बाहरी कर्मकांड कीते, भगवान वाल्मीकि जी दे प्रगट दिवस के संबंध विच उन्हां दे दा कह लीए कोई संबंध नहीं। ते फिर जेकर भगवान वाल्मीकि जी ने आ चीज़ लिख दी है ना कि जी हथ विच होवे दीवा ते फिर भी ये इंसान जिहड़ा खूह विच डिग पवे ते फिर कहंदे ये उसदी मूर्खता नहीं ते फिर वो की है। मैनू एक छोटी जी गल जिहड़ी वो याद आ गई, जिस तरह अजकल आ मीडिया दे विच आपां देखीए ना कि सवेरे सवेरे कई बारी इहो ਜਿਹੇ ਜਿਹੜੇ ਉਹ क्लिप आ जाते जी, गुड मॉर्निंग हैप्पी मॉर्निंग जस्ट लाइक दैट। ਤੇ ਆ ਕੁਝ ਸਮੇਂ ਤੋਂ ਅਸੀਂ ਵੀ ਆ ਜਿਹੜੇ ਪ੍ਰੋਗਰਾਮ ਜਿਹੜੇ ਉਹ ਦੇ ਰਹੇ ਕੰਚੀ ਟੈਲੀਵਿਜ਼ਨ ਦੇ ਉੱਪਰ ਜਾਂ ਕਿਸੇ ਹੋਰ ਮੀਡੀਆ ਦੇ ਰਾਹੀਂ, ਤੇ ਇੱਕ ਕਲਿੱਪ ਮੈਨੂੰ ਵੀ ਆਇਆ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਲਿਖਿਆ ਜੀ ਮਹਾਰਿਸ਼ੀ ਵਾਲਮੀਕ, ਇਸ ਦੀ ਉਹਨਾਂ ਨੇ ਗੱਲ ਕੀਤੀ। ਤੇ ਮੈਂ ਉਸ ਇੱਥੇ ਆਬੂ ਧਾਬੀ ਦੀ ਗੱਲ ਹੈਗੀ, ਉੱਥੇ ਉਹ ਸੱਜਣ ਰਹਿ ਰਿਹਾ ਹੈ ਤੇ ਮੈਂ ਉਸ ਨੂੰ ਕਿਹਾ ਉਹ ਯਾਰ ਕਾਫੀ ਲੰਬੇ ਸਮੇਂ ਤੋਂ ਅਸੀਂ ਇਹ ਗੱਲ ਕਰ ਰਹੇ ਕਿ ਭਗਵਾਨ ਵਾਲਮੀਕ ਜੀ ਨਾ ਤੇ ਰਿਸ਼ੀ ਸਨ ਅਤੇ ਨਾ ਮਹਾਰਿਸ਼ੀ ਸਨ, ਤੇ ਲੇਕਿਨ ਤੁਸੀਂ ਫਿਰ ਵੀ ਜਿਹੜਾ ਹੈਗਾ ਮੈਨੂੰ ਉਸੇ ਗੱਲ ਦੇ ਬਾਰੇ ਜਿਹੜਾ ਉਹ ਚੇਤਾ ਕਰਾਤਾ। ਤੇ ਮੈਂ ਕਿਹਾ ਕਿ ਗੱਲ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਬਾਹਰਲੀ ਗੱਲ ਕਰ ਲਈਏ ਨਾ ਕਿਸੇ ਦੇ ਨਾਲ ਕਿ ਦੇਖੋ ਜੀ ਸਾਰੀ ਰਾਤ ਜਿਹੜੀ ਉਹ ਰਮਾਇਣ ਦੀ ਕਥਾ ਸੁਣਦੇ ਰਹੇ ਤੇ ਸਵੇਰ ਨੂੰ ਉੱਠ ਕੇ ਪੁੱਛਣ ਲੱਗੇ ਕਿ ਸੀਤਾ ਤੇ ਰਾਮ ਜਿਹੜੇ ਸਨ ਉਹਨਾਂ ਦਾ ਰਿਸ਼ਤਾ ਕੀ ਸੀ। मैं कहा जी तुहाडी गल भी जिहड़ी वो यही है। सारी जिंदगी लगे रहे, 40 साल हो गए आपां उन्हां दे गुरपुरब भी मनाई जा रहे, लेकिन कदे उस तो सिक्ख्या नहीं कि उन्हां दी बाणी जिहड़ी है ना वो आपां नूं की संदेशा जिहड़ा वो दे रही। भगवान वाल्मीकि जी ने की फरमाया, कहंदे जी संसार दे भरम नूं खत्म करन दे लई, भरम कहंदे वहम और संकल्प दी गल, कहते गुरु अते शास्त्र जेड़े वो मौजूद आ। भाव गुरु उसनूं कहा जाता जेड़ा शास्त्र है ना, धार्मिक ग्रंथ आ भगवान वाल्मीकि जी की जिहड़ी बाणी आ, जेड़ा आपां नूं उस दे अनुसार दसेगा कि बाणी बई आ चीज़ आपां नूं दस रहे। भगवान वाल्मीकि जी कहते असीं उसनूं गुरु आख सकते। संसार दे भरम नूं खत्म करन वाले गुरु अते शास्त्र मौजूद हैं। जेड़ा इन्हां दी शरण विच नहीं आउंदा, भगवान वाल्मीकि जी कहंदे ओ मूर्ख है। ते आप भगवान वाल्मीकि जी ने शास्त्र दे विच लिखिया, ग्रंथ दे विच लिखिया जी, जिस ग्रंथ दी आपां गल कर रहे हैं, लेकिन कदे कन्नां च ओ गल पई नहीं, कन्नां च गल नहीं पई, इस इंसान दे मन दा हिस्सा नहीं बनेगी, मन दा हिस्सा नहीं बनेगी, इस इंसान दी जिंदगी विच तब्दीली नहीं आ सकती। भगवान वाल्मीकि जी ने की फरमाया, मोख प्रकरण सर्ग 16 ਦੇ ਵਿੱਚ जिस तरह भैन जी इशारा दे गए कि संत जन संसार समुंदर तो पार अताਰਨ वाले हैं। जिथों ਆਪਾਂ शब्द शुरू किया ਸੀ भाई साहब ने किश्ती की गल की कि उसकी जीवन रूपी किश्ती ਜਿਹੜੀ भव सागर ਦੇ ਵਿੱਚ डक्के डोले कर रही। भगवान वाल्मीकि जी ने की दस्या, कहते संत जन संसार समुंदर तो पार अताਰਨ वाले हैं। दूसरी कड़ी में भगवान वाल्मीकि जी ने की फरमाया, कहते जिमें मला बेड़ी नाल सब नूं दरिया तो पार करदा, ये नहीं कहा कि किसी एक नूं पार करदा, दो नूं पार करदा, तीन नूं पार करदा, नहीं, कहते जेड़े भी उसकी किश्ती दे विच आ गए
ਉਹ ਉਹਨਾਂ ਨੂੰ ਪਾਰ ਕਰੇਗਾ, ਕਿਉਂਕਿ ਉਸ ਦਾ ਆਪਾਂ ਕਹਿ ਲਈਏ ਕਿ ਇਹ ਸੁਭਾਅ ਜਿਹੜਾ ਉਹ ਬਣ ਚੁੱਕਾ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਿਵੇਂ ਮਲਾਹ ਬੇੜੀ ਨਾਲ ਸਭ ਨੂੰ ਦਰਿਆ ਤੋਂ ਪਾਰ ਕਰਦਾ, ਤਿਵੇਂ ਸੰਤ ਜਨ ਜੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਿੱਚ ਪੁੱਲ ਦੇ ਸਮਾਨ ਹਨ। ਗੁਰੂ ਘਰ ਨੇ ਬਹੁਤ ਸਮਾਂ ਬਾਅਦ ਵਿੱਚ ਆ ਕੇ ਇਸ ਗੱਲ ਨੂੰ ਆਪਣੀ ਬਾਣੀ ਦੇ ਅੰਦਰ ਜਿਹੜਾ ਜੀ ਉਹ ਵਰਣਨ ਕੀਤਾ। ਕੀ ਫਰਮਾਇਆ? ਕਹਿੰਦੇ ਪੱਤਣ ਕੂਕੇ ਪਾਤਣੀ ਵੰਜੋ ਤਰਕ ਵਿਲਾੜ, ਪਾਰ ਪਵੰਦੜੇ ਡਿਠ ਮੈਂ ਸਤਗੁਰ ਬੋਹਿਥ ਝਾੜ। ਕਹਿੰਦੇ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਕਹਿੰਦੇ ਸਤਿਗੁਰੂ ਕਹਿੰਦੇ ਸ਼ਬਦ ਰੂਪੀ ਜਹਾਜ਼ ਦਾ ਬੇੜਾ ਲੈ ਕੇ ਆਇਆ, ਤੇ ਜਿਹੜੇ ਇਨਸਾਨ ਉਸ ਬੇੜੇ 'ਚ ਹੋ ਗਏ ਜੀ ਸਵਾਰ, ਤੇ ਫਿਰ ਕਹਿੰਦੇ ਉਹ ਉਹਨਾਂ ਨੂੰ ਇਸ ਭਵ ਸਾਗਰ ਤੋਂ ਜਿਹੜਾ ਉਹ ਪਾਰ ਕਰ ਦੇਵੇਗਾ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਇਨਸਾਨੀ ਜਾਮੇ ਦੀ ਗੱਲ ਕੀਤੀ, ਮਨੁੱਖੀ ਜਨਮ ਦੀ ਮਹਾਨਤਾ ਦੀ ਗੱਲ ਕੀਤੀ, ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਗੱਲ ਕੀਤੀ। ਜੇ ਤੇ ਬੇਬੀ ਆਪਾਂ ਉਸ ਬਾਣੀ ਨੂੰ ਸੁਣਿਆ, ਆਪਣੇ ਅੰਦਰ ਉਹ ਚੀਜ਼ ਦੀ ਖਾਸ਼ ਪੈਦਾ ਹੋਈ, ਉਹਨਾਂ ਦੇ ਗੁਰਪੁਰਬ ਮਨਾਉਣ ਤੋਂ ਜਿਹੜਾ ਉਹ ਆਪਾਂ ਫਾਇਦਾ ਉਠਾ ਸਕਦੇ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਕਿ ਉਸ ਦੇ ਗੁਣਾਂ ਨਾਲ ਸਾਂਝ ਪਾਉਣ ਦੀ ਗੱਲ, ਜੇਕਰ ਉਸ ਦੇ ਗੁਣਾਂ ਨਾਲ ਸਾਂਝ ਨਹੀਂ ਪਵੇਗੀ, ਵਿਚਾਰਧਾਰਾ ਨਹੀਂ ਬਦਲੇਗੀ, ਇਸ ਦੀ ਜਿਹੜੀ ਵਿਚਾਰਧਾਰਾ ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਨਹੀਂ ਆਵੇਗੀ, ਜਿਸ ਨੂੰ ਆਪਾਂ ਤਰਤੀਬ ਅਤੇ ਬੇਤਰਤੀਬ ਜਿਹੜਾ ਉਹ ਆਖ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਆਖ ਸਕਦੇ ਕਿਉਂ ਨਹੀਂ ਮਿਲੇਗੀ? ਇਸ ਕਰਕੇ ਨਹੀਂ ਮਿਲੇਗੀ ਕਿ ਇਸ ਇਨਸਾਨ ਦੇ ਮਨ ਦੇ ਅੰਦਰ ਉਹ ਚੀਜ਼ ਜਿਹੜੀ ਉਹ ਨਹੀਂ ਬੈਠ ਸਕੀ। ਇਸ ਕਰਕੇ ਬਾਣੀ ਅੰਦਰ ਕੀ ਇਸ਼ਾਰਾ ਮਿਲਦਾ? ਕਹਿੰਦੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨਿਓ, ਹਰ ਹਰ ਕਥਾ ਨਿਰਾਲੀ। ਕਹਿੰਦੇ ਉਹ ਭਰਾਵੋ ਗੁਰੂ ਜੋ ਕਹਿੰਦਾ, ਜੇਕਰ ਇਸ ਨੂੰ ਮੰਨਣ ਵਿੱਚ ਲੈ ਆਓਗੇ, ਜੋ ਗੁਰ ਕਹੇ ਸੋਈ ਪਲ ਮਾਨਿਓ, ਹਰ ਹਰ ਕਥਾ ਨਿਰਾਲੀ। ਕਹਿੰਦੇ ਹਰੀ ਦੀ ਕਥਾ ਕਿਉਂ ਨਿਰਾਲੀ? ਕਿਉਂਕਿ ਦੁਨੀਆਦਾਰਾਂ ਦਾ ਰਸਤਾ ਵੱਖਰਾ ਤੇ ਉਸ ਮਾਲਕ ਦੇ ਪਿਆਰੇ ਜਿਹੜੇ ਉਹ ਵੱਖਰੇ। ਇਸ ਕਰਕੇ ਉਸ ਦਾ ਗੁਰਪੁਰਬ ਕਹਿ ਲਈਏ, ਪ੍ਰਗਟ ਦਿਵਸ ਕਹਿ ਲਈਏ, ਪ੍ਰਕਾਸ਼ ਉਤਸਵ ਕਹਿ ਲਈਏ, ਮਨਾਉਣ ਤੋਂ ਕੀ ਭਾਵ ਕਿ ਉਹਨਾਂ ਦੀ ਬਾਣੀ ਜਿਹੜੀ ਉਸ ਦੇ ਨਾਲ ਜਿਹੜੀ ਉਹ ਸਾਂਝ ਪਾਵੇ। ਗੁਰਮੁਖ ਪਿਆਰਿਓ, ਆਪਾਂ ਸਾਰੇ ਹੀ ਦੁਨੀਆ ਦੇ ਜੀਵ ਉਸ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ। ਕੌਣ ਮਿਲਿਆ? ਕਿਸ ਤਰੀਕੇ ਨਾਲ ਮਿਲਿਆ? ਮਾਲਕ ਦੇ ਪਿਆਰਿਆਂ ਨੇ ਸਮੇਂ-ਸਮੇਂ ਤੇ ਇੱਥੇ ਆ ਕੇ ਆਪਾਂ ਨੂੰ ਚੇਤਾ ਕਰਾਇਆ। ਦੂਸਰੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਬਾਣੀ ਰੂਪੀ ਗਿਆਨ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਆਪਾਂ ਵਪਾਰ ਦੀ ਦੁਨੀਆ ਦੇ ਵਿੱਚ ਖੜੇ ਹਾਂ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਵਪਾਰ ਦੀ ਦੁਨੀਆ ਦੇ ਅੰਦਰ ਇੱਕ ਸਿਧਾਂਤ ਕੰਮ ਕਰਦਾ। ਉਹ ਸਿਧਾਂਤ ਜਾਂ ਅਸੂਲ ਕੀ ਹੈ? ਕੋਈ ਵਸਤੂ ਦੇ ਕੇ ਬਦਲੇ ਵਿੱਚ ਕਿਸੇ ਹੋਰ ਵਸਤੂ ਨੂੰ ਪ੍ਰਾਪਤ ਕਰਨਾ। ਇਸ ਨੂੰ ਬਾਹਰਲੀ ਦੁਨੀਆ ਵਿੱਚ ਵਪਾਰ ਆਖਿਆ ਜਾਂਦਾ। ਜਿਸ ਤਰ੍ਹਾਂ ਆਪਾਂ ਬਾਜ਼ਾਰ ਵਿੱਚੋਂ ਕੋਈ ਵਸਤੂ ਖਰੀਦਣ ਜਾਣਾ ਹੋਵੇ ਤਾਂ ਆਪਾਂ ਕੀ ਕਰਦੇ ਹਾਂ? ਵਸਤੂ ਖਰੀਦ ਕੇ ਉਸ ਦੀ ਕੀਮਤ ਕਰੰਸੀ ਦੇ ਰੂਪ ਵਿੱਚ ਕਾਰਡ ਰਾਹੀਂ ਜਾਂ ਫਿਰ ਚੈੱਕ ਰਾਹੀਂ ਅਦਾ ਕਰ ਦਿੰਦੇ ਹਾਂ। ਪਰ ਆਪਾਂ ਵਪਾਰ ਜਾਂ ਸੌਦਾ ਉਸ ਮਾਲਕ ਨਾਲ ਕਰਨਾ ਹੈ। ਮਾਲਕ ਨੂੰ ਅੱਜ ਤੱਕ ਕਿਸੇ ਨੇ ਵੀ ਇਹਨਾਂ ਬਾਹਰਲੀਆਂ ਅੱਖਾਂ ਨਾਲ ਨਹੀਂ ਦੇਖਿਆ। ਦੂਸਰਾ, ਬਾਣੀ ਦੀ ਸਿੱਖਿਆ ਅਨੁਸਾਰ ਉਹ ਜੂਨਾਂ ਵਿੱਚ ਆਇਆ ਹੀ ਨਹੀਂ। ਜੂਨਾਂ ਵਿੱਚ ਆਇਆ ਹੀ ਨਹੀਂ ਤਾਂ ਫਿਰ ਉਸ ਮਾਲਕ ਨਾਲ ਵਪਾਰ ਕਿਸ ਤਰ੍ਹਾਂ ਹੋ ਸਕਦਾ? ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ।
ਸਤਿਗੁਰੂ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਮੈਂ ਮਾਲਕ ਨਾਲ ਸੌਦਾ ਕੀਤਾ, ਭਾਵ ਵਪਾਰ ਕੀਤਾ। ਬਦਲੇ ਵਿੱਚ ਕੀ ਦਿੱਤਾ? ਆਪਣਾ ਮਨ ਹੀ ਦੇ ਦਿੱਤਾ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਕਿ ਜਦੋਂ ਇਸ ਇਨਸਾਨ ਨੇ ਦੁਨੀਆ ਦੇ ਅੰਦਰ ਆ ਕੇ ਹੋਸ਼ ਸੰਭਾਲੀ ਤਾਂ ਇਸ ਦਾ ਖਿਆਲ ਸਾਰੀ ਦੁਨੀਆ ਅੰਦਰ ਫੈਲ ਗਿਆ ਤੇ ਉਸ ਪਰਮਾਤਮਾ ਨੂੰ ਭੁੱਲ ਗਿਆ। ਸੰਸਾਰ ਦੀਆਂ ਵਸਤੂਆਂ ਨੂੰ ਪ੍ਰਾਪਤ ਕਰਕੇ ਹੰਕਾਰ ਵਿੱਚ ਆ ਗਿਆ। ਆਪਣੀ ਇੱਕ ਵੱਖਰੀ ਹਸਤੀ ਕਾਇਮ ਕਰਕੇ ਬੈਠ ਗਿਆ। ਇਸ ਇਨਸਾਨ ਨੇ ਇਨਸਾਨ ਨੂੰ ਇਨਸਾਨ ਹੀ ਸਮਝਣਾ ਛੱਡ ਦਿੱਤਾ। ਮੈਂ ਬੇਨਤੀ ਕਰਾਂ, ਲੋਭ ਅਤੇ ਹੰਕਾਰ ਦਾ ਜ਼ਿਕਰ ਹਰੇਕ ਮਹਾਤਮਾ ਨੇ ਆਪਣੀ ਬਾਣੀ ਅੰਦਰ ਕੀਤਾ। ਦਾਤ ਪਰਾਈ ਵਿਸਰਿਆ ਦਾਤਾਰ ਇਸ ਦੇ ਮਨ ਅੰਦਰ ਵਸ ਗਿਆ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਤੇ ਇਸ ਹੰਕਾਰ ਬਾਰੇ ਆਪ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ, ਇਨਸਾਨੀ ਜਾਮੇ ਦੀ ਮਹਾਨਤਾ ਦੇ ਸੰਬੰਧ ਦੇ ਵਿੱਚ, ਇਸ ਮਨੁੱਖੀ ਜਾਮੇ ਦੀ ਅਨਮੋਲ ਜ਼ਿੰਦਗੀ ਦੇ ਬਾਰੇ ਜਿਹੜੀ ਉਹ ਆਪਾਂ ਗੱਲ ਕਰ ਚੁੱਕੇ। ਮਹਾਤਮਾ ਦੇ ਦੱਸਣ ਦੇ ਅਨੁਸਾਰ ਕਿ ਵੀ ਉਸ ਮਾਲਕ ਦੇ ਨਾਲ ਮਿਲਾਪ ਉਸ ਸਮੇਂ ਹੋਵੇਗਾ ਜਦੋਂ ਇਹ ਇਨਸਾਨ ਉਸ ਦੇ ਨਾਲ ਵਪਾਰ ਕਰਨਾ ਸਿੱਖ ਜਾਵੇਗਾ। ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ, ਉਸ ਮਾਲਕ ਨੂੰ ਕਿਸੇ ਨੇ ਇਹਨਾਂ ਬਾਹਰਲੀਆਂ ਅੱਖਾਂ ਨਾਲ ਵੀ ਨਹੀਂ ਵੇਖਿਆ ਤੇ ਉਸ ਦੇ ਨਾਲ ਵਪਾਰ ਕਰਨ ਦੇ ਲਈ ਆਪਾਂ ਨੂੰ ਉਹ ਚੀਜ਼ ਦੇਣੀ ਪਵੇਗੀ ਜਿਹੜੀ ਇਹਨਾਂ ਅੱਖਾਂ ਨਾਲ ਨਹੀਂ ਦੇਖੀ ਜਾ ਸਕਦੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਇਹਨਾਂ ਨੇ ਰੈਫਰੈਂਸ ਲਿਆ ਜੀ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਕਬੀਰ ਸਾਹਿਬ ਜੀ ਦੇ ਦੱਸਣ ਦੇ ਅਨੁਸਾਰ ਕਿ ਉਹਨਾਂ ਨੇ ਮਨ ਦਿੱਤਾ ਤੇ ਉਸ ਮਾਲਕ ਦੇ ਨਾਲ ਵਪਾਰ ਕੀਤਾ ਕਹਿ ਲੋ, ਸੌਦਾ ਕੀਤਾ ਕਹਿ ਲੋ, ਤੇ ਉਸ ਮਾਲਕ ਨੂੰ ਹੀ ਉਹਨਾਂ ਨੇ ਜਿਹੜਾ ਉਹ ਖਰੀਦ ਲਿਆ। ਮਹਾਤਮਾ ਦੇ ਦੱਸਣ ਦੇ ਅਨੁਸਾਰ ਭਗਵਾਨ ਵਾਲਮੀਕ ਜੀ ਦੀ ਬਾਣੀ ਜਿਹੜੀ ਹੰਕਾਰ ਦੇ ਪ੍ਰਤੀ ਆਪਾਂ ਨੂੰ ਯਾਦ ਕਰਾਵੇਗੀ ਕਿ ਹੰਕਾਰ ਜਿਹੜਾ ਉਹ ਇਸ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਆਖੀ ਜਾ ਸਕਦੀ। ਸਾਡੇ ਅਤੇ ਪਰਮਾਤਮਾ ਦੇ ਦਰਮਿਆਨ ਜਿਸ ਨੂੰ ਆਪਾਂ ਰੁਕਾਵਟ ਕਹਿ ਲਈਏ ਉਹ ਇਸ ਹੰਕਾਰ ਦੀ, ਕਿਉਂਕਿ ਮਹਾਤਮਾ ਦੇ ਦੱਸਣ ਅਨੁਸਾਰ ਸਫ਼ਰ ਜਿਹੜਾ ਆਤਮਾ ਦਾ, ਰਸਤਾ ਜਿਹੜਾ ਬਾਲ ਦਾ 10ਵਾਂ ਹਿੱਸਾ ਬਰੀਕ, ਤੇ ਜੇਕਰ ਬਈ ਇਸ ਇਨਸਾਨ ਦੇ ਅੰਦਰ ਹੰਕਾਰ ਆ ਨਾ ਤੇ ਫਿਰ ਇਹ ਉਸ ਮਾਲਕ ਦੇ ਨਾਲ ਜਿਹੜਾ ਉਹ ਮਿਲਾਪ ਨਹੀਂ ਕਰ ਸਕਦਾ। ਮਿਲਾਪ ਕਦੋਂ ਹੋਵੇਗਾ? ਜਦੋਂ ਇਹ ਇਨਸਾਨ ਬਾਣੀ ਦੇ ਅਨੁਸਾਰ ਚੱਲਣਾ ਸ਼ੁਰੂ ਕਰੇਗਾ, ਮਨ ਦੇ ਵਿੱਚ ਇਸ ਦੇ ਨਿਮਰਤਾ ਆਵੇਗੀ, ਦੀਨਤਾ ਆਵੇਗੀ, ਆਜਜੀ ਆਵੇਗੀ, ਫਿਰ ਇਹ ਇਨਸਾਨ ਉਸ ਮਾਲਕ ਦੇ ਦਰਵਾਜ਼ੇ ਤੇ ਪਹੁੰਚ ਸਕਦਾ। ਹਰੇਕ ਮਹਾਤਮਾ ਦੀ ਗੱਲ ਕਰ ਲਈਏ, ਚਾਹੇ ਉਹ ਸਤਿਗੁਰੂ ਰਵਿਦਾਸ ਜੀ ਦੀ ਕਰ ਲਈਏ, ਬੁੱਲੇ ਸ਼ਾਹ ਦੀ ਗੱਲ ਕਰ ਲਈਏ, ਸ਼ੇਖ ਫਰੀਦ ਜੀ ਦੀ ਗੱਲ ਕਰ ਲਈਏ, ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਵਿੱਚ ਗੱਲ ਕੀਤੀ ਕਿ ਬਈ ਹੰਕਾਰ ਜਿਹੜਾ ਉਸ ਨੂੰ ਤਿਆਗਣਾ ਪਵੇਗਾ। ਗੁਰਮੁਖ ਪਿਆਰਿਓ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਸੰਸਾਰ ਦੀ ਸਾਰੀ ਉਸਾਰੀ ਕਿਸੇ ਨਿਯਮ ਤੇ ਵਿਧਾਨ ਦੇ ਆਸਰੇ ਤੇ ਖੜੀ ਹੈ। ਇੱਟਾਂ ਨੂੰ ਕਿਸੇ ਖਾਸ ਤਰਤੀਬ ਵਿੱਚ ਰੱਖ ਕੇ ਹੀ ਦੀਵਾਰ ਦੀ ਉਸਾਰੀ ਕੀਤੀ ਜਾ ਸਕਦੀ। ਜੀਵਨ ਦਾ ਹਰ ਕਰਮ ਜੇਕਰ ਤਰਤੀਬ ਵਿੱਚ ਹੋ ਜਾਵੇ ਤਾਂ ਇਸ ਇਨਸਾਨ ਦਾ ਜਨਮ ਸਫਲ ਆਖਿਆ ਜਾ ਸਕਦਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਉਸ ਤਰਤੀਬ ਵਿੱਚ ਲੈ ਕੇ ਆਂਦਾ, ਉਹਨਾਂ ਨੂੰ ਭਗਤ, ਗੁਰਮੁਖ, ਭਗਵਾਨ ਜਾਂ ਸੰਤ ਆਖਿਆ ਜਾਂਦਾ। ਮੈਂ ਬੇਨਤੀ ਕਰਾਂ, ਹਾਰਮੋਨੀਅਮ ਵਜਾ ਕੇ ਉਸ ਵਿੱਚੋਂ ਸੰਗੀਤ ਦੀ ਆਵਾਜ਼ ਪੈਦਾ ਕਰਨਾ ਹਰੇਕ ਇਨਸਾਨ ਦਾ ਕੰਮ ਨਹੀਂ ਹੈ, ਪਰ ਉਸ ਨੂੰ ਤੋੜ ਕੇ ਭੰਨ ਦੇਣਾ ਇਹ ਹਰ ਕੋਈ ਕਰ ਸਕਦਾ। ਕਪਾਹ ਤੋਂ ਕੱਪੜਾ ਬਣਾਉਣਾ
ਅਤੇ ਉਸ ਕੱਪੜੇ ਨੂੰ ਤਿਆਰ ਕਰਕੇ ਇੱਕ ਸੂਟ ਦੀ ਸ਼ਕਲ ਦੇ ਦੇਣੀ ਇੱਕ ਕਲਾ ਹੈ, ਇੱਕ ਘਾਲਣਾ ਹੈ ਜੋ ਹਰ ਕੋਈ ਨਹੀਂ ਕਰ ਸਕਦਾ, ਪਰ ਕੱਪੜੇ ਨੂੰ ਪਾੜ ਹਰ ਕੋਈ ਸਕਦਾ। ਇਸ ਤਰ੍ਹਾਂ ਮਨੁੱਖ ਨੇ ਸੰਤੋਖੀ, ਸੀਲ, ਸੰਜਮੀ, ਦਿਆਲੂ ਤੇ ਵਿਸਾਲ ਹਿਰਦੇ ਵਾਲਾ ਬਣਨਾ ਹੋਵੇ ਤਾਂ ਇੱਕ ਲੰਬੀ ਸਾਧਨਾ ਦੀ ਲੋੜ ਹੈ, ਪਰ ਕ੍ਰੋਧੀ, ਲੋਭੀ ਤੇ ਕਠੋਰ ਬਣਨਾ ਹੋਵੇ ਤਾਂ ਹਰ ਕੋਈ ਬਣ ਸਕਦਾ। ਆਪਾਂ ਆਖ ਸਕਦੇ ਹਾਂ ਕਿ ਘਰ ਦੀਆਂ ਵਸਤੂਆਂ ਨੂੰ ਸਵਾਰ ਕੇ, ਸ਼ਿੰਗਾਰ ਕੇ ਰੱਖਣ ਦੀ ਜਾਚ ਇਸ ਇਨਸਾਨ ਨੂੰ ਆ ਗਈ। ਲੋਹੇ ਨੂੰ ਸਵਾਰ ਕੇ ਮਸ਼ੀਨਾਂ ਵਿੱਚ ਬਦਲ ਦੇਣਾ ਇਸ ਇਨਸਾਨ ਦੇ ਵਿਰਸੇ ਵਿੱਚ ਆਇਆ। ਸੋਨੇ ਨੂੰ ਸਵਾਰ ਕੇ ਖੂਬਸੂਰਤ ਗਹਿਣੇ ਕੱਢਣਾ ਇਸ ਇਨਸਾਨ ਦੀ ਕਾਰੀਗਰੀ ਦੇ ਸਬੂਤ ਆਖੇ ਜਾ ਸਕਦੇ ਹਨ। ਪਰ ਅਫਸੋਸ ਇਸ ਗੱਲ ਦਾ ਕਿ ਇਹਨਾਂ ਦੁਨਿਆਵੀ ਵਸਤੂਆਂ ਨੂੰ ਸਵਾਰਨ ਵਿੱਚ ਇਹ ਇਨਸਾਨ ਇਸ ਤਰ੍ਹਾਂ ਫਸਿਆ ਕਿ ਆਪਣੇ ਆਪ ਨੂੰ ਸਵਾਰਨਾ ਹੀ ਭੁੱਲ ਗਿਆ। ਆਪਾਂ ਆਖ ਸਕਦੇ ਹਾਂ ਕਿ ਸੰਸਾਰ ਅੰਦਰ ਸਭ ਕੁਝ ਸਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਮਿਲਦਾ ਹੈ। ਜੇਕਰ ਕੋਈ ਨਹੀਂ ਸਵਾਰਿਆ ਹੋਇਆ ਤਾਂ ਉਹ ਕੀ ਹੈ? ਉਹ ਹੈ ਇਸ ਮਨੁੱਖ ਦਾ ਜੀਵਨ। ਜੇਕਰ 2% ਸਵਾਰੇ ਹੋਏ ਵੀ ਹਨ ਤਾਂ ਮੈਂ ਉਹਨਾਂ ਪਾਸੋਂ ਮਾਫੀ ਮੰਗ ਲਵਾਂ, ਬਾਕੀ 98% ਸਾਡੇ ਵਰਗੇ ਹੀ ਹਨ। ਭਗਵਾਨ ਵਾਲਮੀਕ ਜੀ ਦਇਆ ਕਰਨ, ਆਪਾਂ ਉਹਨਾਂ ਦੇ ਗੁਰਪੁਰਬ ਤੋਂ ਆਪਣੇ ਆਪ ਨੂੰ ਸਵਾਰਨਾ ਸਿੱਖ ਲਈਏ। ਮੈਨੂੰ ਸ਼ੇਖ ਫਰੀਦ ਜੀ ਦੇ ਬਚਨ ਯਾਦ ਆ ਗਏ। ਸ਼ੇਖ ਫਰੀਦ ਜੀ ਦੱਸਦੇ ਹਨ ਕਿ ਆਪਣੇ ਆਪ ਨੂੰ ਸਵਾਰਨ ਤੋਂ ਬਗੈਰ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਕਿਉਂ ਜੋ ਉਹ ਆਪ ਸਵਾਰਿਆ ਹੋਇਆ ਹੈ। ਉਹ ਪਰਮਾਤਮਾ ਨਿਰਵੈਰ ਹੈ। ਸਾਨੂੰ ਵੀ ਆਪਣੇ ਹਿਰਦੇ ਵਿੱਚੋਂ ਵੈਰ ਭਾਵਨਾ ਨੂੰ ਖਤਮ ਕਰਨਾ ਪਵੇਗਾ। ਸਾਡੇ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਵਧਾਈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ, ਧੰਨ ਗੁਰੂ।